बाप बेटा त्रुपाना ते आमेन। सब भैन भरा यसु मसीह दी सलाम, गुड मॉर्निंग, गुड आफ्टरनून। पिता परमेश्वर प्रभु यसु मसीह का बहुत बहुत धन्यवाद करते हैं जिन्हें सानू अज का दिन अज का समा है अज के वचन दिते हैं कि असीं सब भैन भरा मिल के पिता परमेश्वर प्रभु यसु मसीह का धन्यवाद करिए, उसकी मेहमत की वडियाई करिए, उसके पवित्र चरण जान के दुआवां करिए, बेनतियां करिए कि प्रभु यीशु सानू सब भैन भरावां नू पवित्र आत्मा की शक्ति देवे, पवित्र आत्मा राही साडी अगवाई करे कि जो भी असीं पिता परमेश्वर के वचन पढ़िए और सुनिए और चंगी तरह समझ सकिए। मेरे भैन भराओ, अज असीं पवित्र बाइबल चों पढ़ना है तरावां जोएल नबी, जोएल चैप्टर 1 13 तो 15, फिर चैप्टर 2 1 तो 2 ऐसा पढ़ांगे। जोएल चैप्टर 1 वर्सेस 13 till 15, chapter 2 verses 1 and 2। ਪਰੋਤੋ ਤੁਸੀਂ ਤੱਪੜ ਪਾ ਕੇ ਵੈਣ ਕਰੋ, ਤੁਸੀਂ ਜੋ ਵੇਦੀ ਦੀ ਸੇਵਾ ਲਈ ਹੋ, ਤੁਸੀਂ ਮੰਦਰ ਵਿੱਚ ਜਾ ਕੇ ਸਾਰੀ ਰਾਤ ਸੋਗ ਕਰੋ, ਕਿਉਂਕਿ ਪਰਮੇਸ਼ਰ ਅੱਗੇ ਭੇਟ ਚੜਾਉਣ ਲਈ ਨਾ ਅਨਾਜ ਹੈ ਅਤੇ ਨਾ ਹੀ ਦਾਖਸਾ। ਵਰਤ ਰੱਖਣ ਦੇ ਲਈ ਸਭ ਨੂੰ ਕਹੋ, ਸਭਾ ਕਰੋ। ਤੁਸੀਂ ਯਹੂਦਾ ਦੇ ਸਭ ਆਗੂਆਂ ਅਤੇ ਲੋਕਾਂ ਨੂੰ ਪ੍ਰਭੂ ਆਪਣੇ ਪਰਮੇਸ਼ਰ ਦੇ ਮੰਦਰ ਵਿੱਚ ਇਕੱਠਿਆਂ ਕਰੋ। ਉਸ ਅੱਗੇ ਦੁਹਾਈ ਦੇਵੋ, ਪ੍ਰਭੂ ਦਾ ਦਿਨ ਨੇੜੇ ਹੈ। ਉਸ ਦਿਨ ਸਰਵ ਸ਼ਕਤੀਮਾਨ ਪ੍ਰਭੂ ਤਬਾਹ ਲਿਆਵੇਗਾ। ਉਹ ਦਿਨ ਅਤੀ ਭਿਅੰਕਰ ਹੋਵੇਗਾ। ਸਿਓਨ ਪਹਾੜ ਉੱਤੇ ਬਿਗਲ ਵਜਾਓ, ਪਰਮੇਸ਼ਰ ਦੇ ਪਵਿੱਤਰ ਪਹਾੜ ਉੱਤੇ ਚੇਤਾਵਨੀ ਦਾ ਡੰਕਾ ਵਜਾਓ। ਯਹੂਦਾ ਦੇ ਲੋਕੋ, ਤੁਸੀਂ ਡਰ ਨਾਲ ਕੰਬੋ, ਕਿਉਂਕਿ ਪ੍ਰਭੂ ਦਾ ਦਿਨ ਨੇੜੇ ਆ ਰਿਹਾ ਹੈ। ਉਹ ਦਿਨ ਹਨੇਰਾ ਅਤੇ ਦੁੱਖ ਭਰਿਆ ਹੋਵੇਗਾ। ਉਹ ਕਾਲੇ ਬੱਦਲਾਂ ਨਾਲ ਭਰਿਆ ਦਿਨ ਹੋਵੇਗਾ। ਇੱਕ ਵੱਡੇ ਟਿੱਡੀ ਦਲ ਦੀ ਸੈਨਾ ਹਨੇਰੇ ਦੇ ਵਾਂਗ ਪਹਾੜਾਂ ਉੱਤੇ ਫੈਲ ਰਹੀ ਹੈ। ਇਸ ਤਰ੍ਹਾਂ ਦੀ ਘਟਨਾ ਨਾ ਪਹਿਲਾਂ ਘਟੀ ਹੈ ਅਤੇ ਨਾ ਹੀ ਅੱਗੇ ਘਟੇਗੀ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਜੋ ਨਬੀ ਪ੍ਰਭੂ ਪਰਮੇਸ਼ਰ ਦੀ ਬੁਲਾਹਟ ਬਾਰੇ ਲੋਕਾਂ ਨੂੰ ਦੱਸਦਾ ਹੈ ਕਿ ਤੁਸੀਂ ਆਪਣੇ ਪਾਪਾਂ ਤੋਂ ਪਛਤਾਵਾ ਕਰੋ। ਪ੍ਰਭੂ ਸਾਨੂੰ ਸਭ ਨੂੰ ਦੁਬਾਰਾ ਅਸੀਸ ਅਤੇ ਬਰਕਤ ਦੇਵੇਗਾ। ਤੁਸੀਂ ਸਭ ਮਿਲ ਕੇ ਇਕੱਠੇ ਹੋ ਕੇ ਪ੍ਰਭੂ ਪਰਮੇਸ਼ਰ ਦੇ ਘਰ ਆ ਕੇ ਦੁਆਵਾਂ ਕਰੋ, ਪ੍ਰਾਰਥਨਾ ਕਰੋ, ਵਰਤ ਰੱਖੋ। ਪ੍ਰਭੂ ਦਾ ਦਿਨ ਨੇੜੇ ਹੈ। ਉਹ ਦਿਨ ਬਹੁਤ ਭਿਅੰਕਰ ਹੋਵੇਗਾ, ਦੁੱਖਾਂ ਨਾਲ ਭਰਿਆ ਹੋਵੇਗਾ। ਮੇਰੇ ਭੈਣ ਭਰਾਵੋ, ਸਾਨੂੰ ਵੀ ਦੁੱਖ ਤਕਲੀਫਾਂ ਤੋਂ ਬਚਣ ਦੇ ਲਈ ਆਪਣਾ ਦਿਲ ਮਨ ਪ੍ਰਭੂ ਪਰਮੇਸ਼ਰ ਵੱਲ ਲਾਉਣਾ ਹੈ। ਪ੍ਰਭੂ ਪਰਮੇਸ਼ਰ ਦੀ ਦਇਆ ਅਤੇ ਕਿਰਪਾ ਦੇ ਲਈ ਪ੍ਰਾਰਥਨਾ ਕਰਨੀ ਹੈ। ਪਾਪਾਂ ਤੋਂ ਪਛਤਾਵਾ ਕਰਨਾ ਹੈ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਪਹਿਲਾ ਰਾਜਿਆਂ ਦੀ ਪੁਸਤਕ ਚੈਪਟਰ 21 ਤੇ 27 ਐਤ, ਜੁਨਾ ਨਬੀ ਚੈਪਟਰ 10 verse 5, ਫਸਟ ਲੈਟਰ ਆਫ ਕਿੰਗਸ chapter 21 verse 27, Jonah chapter 3 verse 5। ਇਹ ਪ੍ਰਭੂ ਪਰਮੇਸ਼ਰ ਦੀ ਚੇਤਾਵਨੀ ਜੋਐਲ ਨਬੀ ਰਾਹੀਂ ਇਸਰਾਏਲੀਆਂ ਲੋਕਾਂ ਨੂੰ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਆਪਣੇ ਪਾਪਾਂ ਤੋਂ ਪਛਤਾਵਾ ਨਾ ਕੀਤਾ ਤਾਂ ਬਹੁਤ ਵੱਡੀ ਬਿਮਾਰੀ ਫੈਲ ਜਾਵੇਗੀ। ਮੇਰੇ ਭੈਣ ਭਰਾਵੋ, ਸਾਨੂੰ ਸਭ ਨੂੰ ਆਪਣੇ ਪਾਪਾਂ ਤੋਂ ਪਛਤਾਵਾ ਕਰਨਾ ਹੈ। ਇਹ ਵਚਨ ਇਸਰਾਏਲੀ ਯਹੂਦੀ ਲੋਕਾਂ ਨੂੰ ਨਹੀਂ ਕੇਵਲ ਕਹੇ, ਸਾਨੂੰ ਵੀ ਇਹ ਕਹੇ ਜਾਂਦੇ ਹਨ। ਸਾਡੇ ਉੱਪਰ ਵੀ ਇਹ ਅਪਲਾਈ ਹੁੰਦੇ ਹਨ, ਲਾਗੂ ਹੁੰਦੇ ਹਨ ਕਿ ਅਸੀਂ ਵੀ ਆਪਣੇ ਗੁਨਾਹਾਂ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਪਛਤਾਵਾ ਕਰਕੇ ਪ੍ਰਭੂ ਦੇ ਅੱਗੇ ਮੰਨੀਏ, ਮਾਫੀ ਪ੍ਰਾਪਤ ਕਰੀਏ। ਪ੍ਰਭੂ ਪਰਮੇਸ਼ਰ ਸਾਡੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰੇ ਔਰ ਨਵੀਂ ਜ਼ਿੰਦਗੀ ਦੇਵੇ, ਸਭ ਨੂੰ ਆਸ਼ੀਰਵਾਦ ਬਰਕਤਾਂ ਨਾਲ ਭਰਪੂਰ ਕਰੇ। ਸੋ ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਦੇ ਵਚਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਰਹੋ।
ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਇਹਨਾਂ ਵਚਨਾਂ ਦਾ ਅਸੀਂ ਆਦਾ ਬਾਰ ਧੰਨਵਾਦ ਕਰਦੇ ਹਾਂ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ। ਮੇਰੇ ਭੈਣ ਭਰਾਵੋ, ਅੱਜ ਅਸੀਂ ਸੰਤ ਲੂਕਾ ਦੀ ਇੰਜੀਲ ਚੈਪਟਰ 11 15 ਤੋਂ 26 ਆਇਤਾਂ ਪੜਾਂਗੇ। St. Luke chapter 11 verses 15 till 26. Jesus answers hostile accusations. ਪ੍ਰਭੂ ਯਿਸੂ ਅਤੇ ਬਾਲ ਜ਼ਬੂਲ। ਯਿਸੂ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਰਹੇ ਸਨ। ਅਸ਼ੁੱਧ ਆਤਮਾ ਦੇ ਕਾਰਨ ਉਹ ਆਦਮੀ ਬੋਲ ਨਹੀਂ ਸਕਦਾ ਸੀ, ਪਰ ਜਦੋਂ ਅਸ਼ੁੱਧ ਆਤਮਾ ਨਿਕਲ ਗਈ ਤਾਂ ਉਹ ਬੋਲਣ ਲੱਗ ਪਿਆ। ਲੋਕੀ ਬਹੁਤ ਹੈਰਾਨ ਹੋਏ, ਪਰ ਉਹਨਾਂ ਵਿੱਚੋਂ ਲੋਕੀ ਕਹਿਣ ਲੱਗੇ, ਉਹ ਅਸ਼ੁੱਧ ਆਤਮਾ ਦੇ ਸਰਦਾਰ ਬਾਲ ਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾ ਨੂੰ ਕੱਢਦੇ ਹਨ। ਕੁਝ ਹੋਰ ਯਿਸੂ ਨੂੰ ਪਰਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਅਦਭੁਤ ਕੰਮ ਕਰਨ, ਜਿਸ ਤੋਂ ਇਹ ਸਿੱਧ ਹੋਵੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਕੱਲਿਆ ਹੈ। ਯਿਸੂ ਨੇ ਉਹਨਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਜਾਣ ਕੇ ਉਹਨਾਂ ਨੂੰ ਕਿਹਾ, ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਹ ਬਰਬਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਖਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸ਼ੈਤਾਨ ਆਪੇ ਆਪਣਾ ਵਿਰੋਧੀ ਬਣ ਜਾਵੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ। ਤੁਸੀਂ ਕਹਿੰਦੇ ਹੋ ਮੈਂ ਬਾਲ ਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾ ਨੂੰ ਕੱਢਦਾ ਹਾਂ। ਜੇਕਰ ਇਹ ਸੱਚ ਹੈ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਅਸ਼ੁੱਧ ਆਤਮਾ ਨੂੰ ਕੱਢਦੇ ਹਨ? ਉਹੀ ਇਹ ਸਿੱਧ ਕਰਦੇ ਹਨ ਕਿ ਤੁਸੀਂ ਗਲਤ ਹੋ। ਪਰ ਜੇਕਰ ਮੈਂ ਪਰਮੇਸ਼ਰ ਦੀ ਸ਼ਕਤੀ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ। ਜਦੋਂ ਇੱਕ ਤਕੜਾ ਆਦਮੀ ਹਥਿਆਰਬੰਦ ਹੋ ਕੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ ਸੁਰੱਖਿਅਤ ਰਹਿੰਦਾ ਹੈ। ਪਰ ਜੇਕਰ ਉਸ ਤੋਂ ਵੀ ਤਕੜਾ ਆਦਮੀ ਉਸ ਉੱਤੇ ਹਮਲਾ ਕਰਕੇ ਉਸ ਨੂੰ ਹਰਾ ਦਿੰਦਾ ਹੈ ਅਤੇ ਉਸਦੇ ਸਭ ਹਥਿਆਰ ਖੋਹ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ, ਇਸ ਤਰ੍ਹਾਂ ਉਹ ਬਹੁਤ ਤਕੜਾ ਆਦਮੀ ਉਸ ਦਾ ਮਾਲ ਲੁੱਟ ਲੈਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੰਡ ਦਿੰਦਾ ਹੈ। ਜੋ ਆਦਮੀ ਮੇਰੇ ਨਾਲ ਹੈ, ਜੋ ਆਦਮੀ ਮੇਰੇ ਨਾਲ ਨਹੀਂ ਹੈ, ਉਹ ਮੇਰਾ ਵਿਰੋਧੀ ਹੈ, ਔਰ ਜੋ ਆਦਮੀ ਮੇਰੇ ਨਾਲ ਇਕੱਠਿਆਂ ਕਰਨ ਵਿੱਚ ਮੇਰੀ ਮਦਦ ਨਹੀਂ ਕਰਦਾ ਉਹ ਖਿਲਾਰਦਾ ਹੈ। ਅਸ਼ੁੱਧ ਆਤਮਾ ਦੀ ਵਾਪਸੀ। ਜਦੋਂ ਅਸ਼ੁੱਧ ਆਤਮਾ ਆਦਮੀ ਵਿੱਚੋਂ ਨਿਕਲ ਜਾਂਦੀ ਹੈ ਤਾਂ ਉਹ ਸੁੰਨਸਾਨ ਥਾਵਾਂ ਵਿੱਚ ਆਰਾਮ ਦੇ ਲਈ ਥਾਂ ਲੱਭਦੀ ਹੈ। ਜੇਕਰ ਉਸ ਨੂੰ ਆਰਾਮ ਵਾਲੀ ਥਾਂ ਨਹੀਂ ਮਿਲਦੀ ਤਾਂ ਉਹ ਫਿਰ ਕਹਿੰਦੀ ਹੈ, ਜਿਸ ਘਰ ਵਿੱਚੋਂ ਮੈਂ ਨਿਕਲੀ ਸੀ ਮੈਂ ਉਸ ਵਿੱਚ ਹੀ ਮੁੜ ਜਾਵਾਂਗੀ। ਉਹ ਫਿਰ ਉਸ ਘਰ ਵਿੱਚ ਆਉਂਦੀ ਹੈ। ਉਹ ਉਸ ਘਰ ਨੂੰ ਝਾੜਿਆ ਸੱਜਿਆ ਹੋਇਆ ਦਿਖਦੀ ਹੈ ਤਾਂ ਉਹ ਜਾ ਕੇ ਆਪਣੇ ਨਾਲੋਂ ਵੀ ਬੁਰੀਆਂ 7 ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ। ਫਿਰ ਉਹ ਆਦਮੀ ਵਿੱਚ ਰਹਿਣ ਲੱਗ ਪੈਂਦੀਆਂ ਹਨ। ਇਸ ਕਾਰਨ ਉਸ ਆਦਮੀ ਦੀ ਇਹ ਪਿਛਲੀ ਹਾਲਤ ਪਹਿਲੇ ਨਾਲੋਂ ਵੀ ਬੁਰੀ ਹੋ ਜਾਂਦੀ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਪ੍ਰਭੂ ਯਿਸੂ ਮਸੀਹ ਜਦੋਂ ਕਿਸੇ ਆਦਮੀ ਵਿੱਚੋਂ ਭੂਤਾਂ ਨੂੰ ਕੱਢਦੇ ਸਨ ਤੇ ਫਰੀਸੀ ਲੋਕ ਪ੍ਰਭੂ ਯਿਸੂ ਉੱਪਰ ਦੋਸ਼ ਲਾਉਂਦੇ ਸਨ ਕਿ ਉਹ ਭੂਤਾਂ ਦੇ ਸਰਦਾਰ ਦੀ ਮਦਦ ਨਾਲ ਭੂਤਾਂ ਨੂੰ ਕੱਢਦਾ ਹੈ। ਫਰੀਸੀਆਂ ਦੇ ਚੇਲੇ ਵੀ ਭੂਤਾਂ ਨੂੰ ਕੱਢਦੇ ਸਨ। ਇਸ ਲਈ ਜੇਕਰ ਫਰੀਸੀ ਪ੍ਰਭੂ ਯਿਸੂ ਉੱਪਰ ਭੂਤਾਂ ਨੂੰ ਕੱਢਣ ਦਾ ਦੋਸ਼ ਲਾਉਂਦੇ ਸਨ ਤਾਂ ਪ੍ਰਭੂ ਯਿਸੂ ਉਹਨਾਂ ਨੂੰ ਜਵਾਬ ਦਿੰਦੇ ਸਨ ਕਿ ਤੁਹਾਡੇ ਧੀਆਂ ਪੁੱਤਰ ਵੀ ਭੂਤਾਂ ਦੇ ਸਰਦਾਰ ਦੀ ਮਦਦ ਨਾਲ ਭੂਤਾਂ ਨੂੰ ਕੱਢਦੇ ਹਨ। ਪ੍ਰਭੂ ਯਿਸੂ ਨੇ ਉਹਨਾਂ ਨੂੰ ਗਲਤ ਸਿੱਧ ਕੀਤਾ ਕਿ ਸ਼ੈਤਾਨ
ਆਪਣੇ ਹੀ ਸ਼ੈਤਾਨੀ ਆਤਮਾਵਾਂ ਨੂੰ ਕਿਉਂ ਕੱਢਦੇ ਹਨ? ਪ੍ਰਭੂ ਯਿਸੂ ਕਹਿੰਦੇ, ਮੈਂ ਪਰਮੇਸ਼ਰ ਦੀ ਸ਼ਕਤੀ ਨਾਲ ਭੂਤਾਂ ਨੂੰ ਕੱਢਦਾ ਹਾਂ। ਸਮਝੋ, ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ। ਸ਼ੈਤਾਨ ਜਿਹੜਾ ਸੰਸਾਰ ਦੇ ਲੋਕਾਂ ਨੂੰ ਹਜ਼ਾਰਾਂ ਸਦੀਆਂ ਤੋਂ ਕੰਟਰੋਲ ਕਰਦਾ ਹੈ, ਕਾਬੂ ਰੱਖਦਾ ਹੈ, ਆਦੇਸ਼ ਕੰਜੇ ਵਿੱਚ ਰੱਖਦਾ ਹੈ, ਹੁਣ ਸ਼ੈਤਾਨ ਨੂੰ ਪ੍ਰਭੂ ਯਿਸੂ ਨੇ ਜਿੱਤ ਲਿਆ ਹੈ, ਉਸ ਉੱਪਰ ਕਾਬੂ ਪਾ ਲਿਆ ਹੈ। ਪ੍ਰਭੂ ਯਿਸੂ ਦਾ ਰਾਜ ਉਸਦੇ ਜਨਮ ਸਮੇਂ ਹੀ ਸ਼ਕਤੀ ਵਿੱਚ ਆ ਗਿਆ ਸੀ ਅਤੇ ਸ਼ੈਤਾਨ ਉੱਤੇ ਜਿੱਤ ਦੁਆਰਾ ਪਰਮੇਸ਼ਰ ਦਾ ਰਾਜ ਸ਼ੁਰੂ ਹੋ ਗਿਆ ਸੀ। ਪਿਤਾ ਪਰਮੇਸ਼ਰ ਦਾ ਰਾਜ ਪ੍ਰਭੂ ਯਿਸੂ ਦੇ ਪ੍ਰਚਾਰ, ਸਿੱਖਿਆ ਅਤੇ ਉਸਦੀ ਚੰਗਿਆਈ ਕਰਨ ਵਾਲੀ ਸ਼ਕਤੀ ਤੋਂ ਪਰਮੇਸ਼ਰ ਦਾ ਰਾਜ ਸਥਾਪਿਤ ਹੋ ਗਿਆ ਸੀ। ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਔਰ ਪੈਂਤੀਕੋਸਤ ਵਾਲੇ ਦਿਨ ਪ੍ਰਭੂ ਯਿਸੂ ਦੀ ਜਿੱਤ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਸੀ ਅਤੇ ਪ੍ਰਭੂ ਦਾ ਦੁਬਾਰਾ ਆਉਣ ਸਮੇਂ ਪ੍ਰਭੂ ਪਰਮੇਸ਼ਰ ਦਾ ਰਾਜ ਪੱਕਾ ਸਥਾਪਿਤ ਹੋਵੇਗਾ। ਸੋ ਮੇਰੇ ਭੈਣ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਸਾਡੇ ਨਾਲ ਹੈ। ਸ਼ੈਤਾਨ ਦੀ ਕੋਈ ਤਾਕਤ ਸਾਡਾ ਨੁਕਸਾਨ ਨਹੀਂ ਕਰ ਸਕਦੀ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਅਜ਼ਾਇਆ ਚੈਪਟਰ 49 ਵਰਸਸ 24 till 26, ਜਸਾਇਆ ਦੀ ਪੁਸਤਕ ਚੈਪਟਰ 49 24 ਤੋਂ 26 ਆਇਤਾਂ। ਪ੍ਰਭੂ ਯਿਸੂ ਦੀ ਸ਼ਕਤੀ ਮਹਾਨ ਹੈ। ਉਹ ਸ਼ੈਤਾਨ ਉੱਤੇ ਕਾਬੂ ਪਾਵੇਗਾ ਤੇ ਉਸ ਨੂੰ ਸਦਾ ਲਈ ਖਤਮ ਕਰ ਦੇਵੇਗਾ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਰੈਵਲੇਸ਼ਨ ਚੈਪਟਰ 20 ਵਰਸਸ 2 and 10, ਪ੍ਰਕਾਸ਼ ਦੀ ਪੋਥੀ ਚੈਪਟਰ 20 ਆਇਤ 2 ਤੇ ਆਇਤ 10 ਵਿੱਚ ਪੜ੍ਹ ਸਕਦੇ ਹਾਂ। ਸੋ ਮੇਰੇ ਭੈਣ ਭਰਾਵੋ, ਜੋ ਆਦਮੀ ਪ੍ਰਭੂ ਪਰਮੇਸ਼ਰ ਵੱਲ ਹੈ, ਪਰਮੇਸ਼ਰ ਉਸ ਦੇ ਨਾਲ ਹੈ, ਔਰ ਜਿਹੜਾ ਪ੍ਰਭੂ ਪਰਮੇਸ਼ਰ ਵਿੱਚ ਵਿਸ਼ਵਾਸ ਕਰਦਾ ਹੈ, ਪ੍ਰਭੂ ਪਰਮੇਸ਼ਰ ਦਾ ਕੰਮ ਕਰਦਾ, ਪਰਮੇਸ਼ਰ ਦਾ ਰਾਜ ਸਥਾਪਿਤ ਕਰਨ ਵਿੱਚ ਪ੍ਰਭੂ ਦੀ ਮਦਦ ਕਰਦਾ ਹੈ। ਔਰ ਜਿਹੜਾ ਪ੍ਰਭੂ ਵੱਲ ਨਹੀਂ ਹੈ, ਪ੍ਰਭੂ ਉੱਪਰ ਵਿਸ਼ਵਾਸ ਨਹੀਂ ਕਰਦਾ, ਪ੍ਰਭੂ ਪਰਮੇਸ਼ਰ ਦੇ ਵਚਨਾਂ ਅਤੇ ਹੁਕਮਾਂ ਨੂੰ ਨਹੀਂ ਮੰਨਦਾ, ਉਹ ਸ਼ੈਤਾਨ ਦੇ ਨਾਲ ਹੈ, ਸ਼ੈਤਾਨ ਨਾਲ ਸੰਬੰਧ ਰੱਖਦਾ ਹੈ, ਕਿਉਂਕਿ ਪ੍ਰਭੂ ਪਰਮੇਸ਼ਰ ਨੇ ਸ਼ੈਤਾਨ ਨੂੰ ਪਹਿਲਾਂ ਹੀ ਜਿੱਤ ਲਿਆ ਹੈ। ਅਸੀਂ ਵੀ ਇਸ ਵਕਤ ਪ੍ਰਭੂ ਯਿਸੂ ਮਸੀਹ ਦੇ ਨਾਲ ਹਾਂ। ਪ੍ਰਭੂ ਯਿਸੂ ਦਾ ਆਤਮਾ ਸਾਡੇ ਵਿਚਕਾਰ ਕੰਮ ਕਰਦਾ ਹੈ। ਅਸ਼ੁੱਧ ਆਤਮਾ ਆਦਮੀ ਵਿੱਚੋਂ ਨਿਕਲਣ ਦੇ ਸਮੇਂ ਉਹ ਆਦਮੀ ਬੋਲਣ ਲੱਗ ਪਿਆ। ਪ੍ਰਭੂ ਯਿਸੂ ਨੇ ਇੱਕ ਦੁਰਭਾਗਿਆ, ਅਨਫੋਰਚੂਨੇਟ ਮਨੁੱਖੀ ਰੁਚੀ ਵਰਣਨ ਕੀਤੀ ਹੈ। ਕਈ ਵਾਰ ਸਾਡੀ ਇੱਛਾ ਲੰਮੇ ਸਮੇਂ ਤੱਕ ਨਹੀਂ ਬਣੀ ਰਹਿੰਦੀ। ਸੋ ਮੇਰੇ ਭੈਣ ਭਰਾਵੋ, ਪੁਰਾਣੇ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਕੋਈ ਚੰਗਾ ਰਾਜਾ ਬਣਦਾ ਸੀ, ਕੋਈ ਚੰਗਾ ਰਾਜਾ ਆਉਂਦਾ ਸੀ, ਤਾਂ ਦੇਵੀ ਦੇਵਤਿਆਂ ਦੀਆਂ ਥਾਵਾਂ ਨੂੰ ਢਾਹ ਦਿੰਦਾ ਸੀ ਅਤੇ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਦਾ ਸੀ। ਪਰ ਜਦੋਂ ਕੋਈ ਮਾੜਾ ਰਾਜਾ ਬਣ ਜਾਂਦਾ ਸੀ ਅਤੇ ਫਿਰ ਉਹ ਦੁਬਾਰਾ ਪਰਾਏ ਦੇਵਤਿਆਂ ਦੀਆਂ ਪੂਜਾ ਕਰਨ ਵਾਲੀਆਂ ਥਾਵਾਂ ਨੂੰ ਬਣਾ ਦਿੰਦਾ ਸੀ ਅਤੇ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਨੀ ਬੰਦ ਕਰ ਦਿੰਦਾ ਸੀ। ਇਸ ਤਰ੍ਹਾਂ ਬੁਰਾਈਆਂ ਚੀਜ਼ਾਂ, ਸ਼ੈਤਾਨੀ ਤਾਕਤਾਂ ਖਤਮ ਨਹੀਂ ਹੁੰਦੀਆਂ ਸਨ। ਸਾਨੂੰ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਨਵੀਂ ਇੱਛਾ ਨੂੰ ਪੂਰਾ ਕਰਨ ਲਈ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਜਾਣਾ ਜ਼ਰੂਰੀ ਹੈ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਸੰਤ ਮਤੀ ਦੀ ਇੰਜੀਲ ਚੈਪਟਰ 12 43 ਤੇ 45 ਆਇਤਾਂ, 43 ਤੋਂ 45 ਆਇਤਾਂ ਵਿੱਚ, ਗਲਾਤੀਆ ਚੈਪਟਰ 5 ਤੇ 22 ਆਇਤ ਪੜ੍ਹ ਸਕਦੇ ਹਾਂ। ਸੈਂਟ ਮੈਥਿਊ ਚੈਪਟਰ 12 ਵਰਸਸ 43 till 45, ਗਲੇਸ਼ੀਅਨ ਚੈਪਟਰ 5 ਵਰਸ 22। ਸੋ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰੋ। ਉਸਨੇ ਸ਼ੈਤਾਨ ਅਤੇ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਪ੍ਰਭੂ ਯਿਸੂ ਹਮੇਸ਼ਾ ਲਈ ਜਿਉਂਦੇ ਹਨ। ਵਿਸ਼ਵਾਸ ਕਰਨ ਵਾਲਿਆਂ ਨੂੰ ਅਤੇ ਉਸਦੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਨ ਵਾਲਿਆਂ ਨੂੰ ਵੀ
ਪ੍ਰਭੂ ਯਿਸੂ ਅਨੰਤ ਜੀਵਨ ਐਵਰਲਾਸਟਿੰਗ ਲਾਈਫ ਦਿੰਦਾ ਹੈ, ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਸੋ ਪਲੀਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀਆਂ ਕਰਦੇ। ਪ੍ਰਭੂ ਯਿਸੂ ਸਭ 'ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ, ਸਾਡੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਨਾ। ਪ੍ਰਭੂ ਜੀ ਅਸੀਂ ਇਨਸਾਨ ਹਾਂ, ਕਈ ਵਾਰ ਬੋਲਣ 'ਚ, ਦੇਖਣ, ਸੋਚਣ 'ਚ ਗਲਤੀਆਂ ਹੁੰਦੀਆਂ, ਸਾਨੂੰ ਸਭ ਭੈਣ ਭਰਾਵਾਂ ਨੂੰ ਮਾਫ ਕਰਨਾ। ਪ੍ਰਭੂ ਯਿਸੂ ਜੀ ਥੈਂਕ ਯੂ ਜੀਸਸ, ਹਾਲੇਲੂਇਆ। ਸਾਡੇ ਵਿਸ਼ਵਾਸ ਵਿੱਚ ਸਾਨੂੰ ਪੱਕੇ ਰੱਖਣਾ। ਪ੍ਰਭੂ ਯਿਸੂ ਹਰ ਸ਼ੈਤਾਨੀ ਤਾਕਤ ਤੋਂ ਬਚਾ ਕੇ ਰੱਖਣਾ। ਪ੍ਰਭੂ ਯਿਸੂ ਜੀ ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਪ੍ਰਭੂ ਦੇ ਪਿੱਤਰ ਚਰਨ 'ਚ ਲੱਗੇ ਦੁਆ ਕਰੀਏ, ਪ੍ਰਾਰਥਨਾ ਕਰੀਏ। Hallelujah. Thank you. Hallelujah. Thank you, Pita Parmeshwar. Thank you, Heavenly Father. Thank you, Heavenly Father, mighty God. We worship you. Thank you, Almighty God. Thank you. You have created heaven and earth. Hallelujah. Thank you, Jesus. We praise the Lord Jesus. Thank you, Jesus. We believe you, trust in you, Lord Jesus. Thank you, Jesus. You are Savior of the whole world, Lord Jesus. Thank you, Jesus. We give you thanks for your holy blood, Lord Jesus. Thank you, Jesus. You have forgiven our sins and give us a new life, Lord Jesus. Thank you, Jesus. Praise the Lord Jesus. Thank you, Pita Parmeshwar. Thank you, Prabhu Yeshu. Thank you, Pita Parmeshwar. ਪੂਰੀ ਸ੍ਰਿਸ਼ਟੀ ਦੇ ਮਾਲਿਕ ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ। ਸਰਵ ਸ਼ਕਤੀਮਾਨ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ, ਅੱਜ ਦੇ ਸਮੇਂ ਲਈ, ਅੱਜ ਦੇ ਵਚਨਾਂ ਲਈ ਧੰਨਵਾਦ ਕਰਦੇ ਪਏ ਯਿਸੂ ਜੀ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਜੀਸਸ, ਹਾਲੇਲੂਇਆ। ਹਾਲੇਲੂਇਆ ਯਿਸੂ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪਏ ਯਿਸੂ ਜੀ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਕਰਦੇ ਪਏ ਯਿਸੂ, ਸਭ ਤੇ ਰਹਿਮ ਕਰਦਾ ਹੈ, ਕਰਨੀ ਕਿਰਪਾ ਕਰਨੀ ਪਈ ਯਿਸੂ। ਸਾਡੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਨਾ, ਨਵੀਂ ਜ਼ਿੰਦਗੀ ਦੇਣੀ ਆ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਪਿਤਰ ਆਤਮਾ ਸਾਡੀ ਅਗਵਾਈ ਕਰਨੀ, ਸਾਡੇ ਕੰਮਾਂ ਕਾਰਾਂ 'ਚ ਬਰਕਤ ਦੇਣਾ, ਘਰ ਵਿੱਚ ਸ਼ਾਂਤੀ ਦੇਣੀ ਪਈ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਅਸੀਂ ਆਪਦਾ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਅੱਜ ਤੱਕ ਹਰ ਮੁਸ਼ਕਲ ਤੋਂ, ਹਰ ਬਿਮਾਰੀ ਤੋਂ ਬਚਾ ਕੇ ਰੱਖਿਆ ਪਈ ਯਿਸੂ ਨਾਮ ਜੀ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪਈ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਹਾਲੇਲੂਇਆ ਯਿਸੂ ਨਾਮ ਜੀ, ਤੇਰੇ ਨਾਮ ਪਵਿੱਤਰ ਤੇ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ। ਆਦੇ ਵਚਨ ਸੱਚੇ ਨੂੰ, ਪੁੱਤਰਾਂ ਧੰਨ ਨੂੰ ਪਈ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਅਬਰ ਯਿਸੂ ਤੁਸੀਂ ਕਿਹਾ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ ਅਤੇ ਉਹਨਾਂ ਨੂੰ ਮੈਂ ਜਾਣਦਾ ਹਾਂ, ਉਹ ਮੇਰੇ ਪਿੱਛੇ ਚੱਲਦੀਆਂ ਹਨ। ਹਾਲੇਲੂਇਆ। ਥੈਂਕ ਯੂ ਜੀਸਸ, ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਤੁਸੀਂ ਆਪਦੇ ਸ਼ਕਤੀ ਰਾਹੀਂ, ਆਪਦੇ ਪਿੱਤਰ ਆਤਮਾ ਦੀ ਸ਼ਕਤੀ ਰਾਹੀਂ ਸਾਡਾ ਆਪਦੇ ਪਿਤਾ ਦੇ ਨਾਲ, ਪਰਮੇਸ਼ਰ ਦੇ ਨਾਲ ਮੇਲ ਕਰਾਇਆ ਪ੍ਰਭੂ ਯਿਸੂ। ਅਸੀਂ ਆਪਦਾ ਦਿਲੋਂ ਧੰਨਵਾਦ ਕਰਦੇ ਪ੍ਰਭੂ ਯਿਸੂ ਨਾਲ। ਅਸੀਂ ਸਾਨੂੰ ਨਵੀਂ ਜ਼ਿੰਦਗੀ ਦਿੱਤੀ, ਨਵਾਂ ਦਿਲ, ਨਵਾਂ ਆਤਮਾ ਦਿੱਤਾ ਹੈ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਹਾਲੇਲੂਇਆ ਯਿਸੂ, ਅਸੀਂ ਯਕੀਨ ਕਰਦੇ, ਵਿਸ਼ਵਾਸ ਕਰਦੇ ਹਾਂ ਆਪਦੇ ਮੂੰਹੋਂ ਇੱਕ ਵਚਨ ਦੇ ਨਾਲ ਪ੍ਰਭੂ ਯਿਸੂ ਜੀ। ਪਾਪਾਂ ਤੋਂ ਮੁਆਫੀ ਮਿਲਦੀ ਹੈ। ਪ੍ਰਭੂ ਯਿਸੂ ਮੁਰਦੇ ਕਬਰਾਂ ਚੋਂ ਬਾਹਰ ਨਿਕਲਦੇ ਹਨ, ਅੰਨੇ ਸੁਜਾਕੇ ਹੁੰਦੇ ਹਨ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਪ੍ਰਭੂ ਯਿਸੂ। ਆਪਦੇ ਇੱਕ ਵਚਨ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ, ਚੰਗਾਈ ਮਿਲਦੀ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਅਸੀਂ ਦੁਆ ਕਰਦੇ ਹਾਂ ਸਾਡੇ ਭੈਣ ਭਰਾ ਜੇ ਘਰਾਂ ਵਿੱਚ ਬਿਮਾਰ ਹਨ, ਹੌਸਪੀਟਲ 'ਚ ਬਿਮਾਰ ਜਾਂ ਭੈਣ ਭਰਾ ਨੂੰ ਸ਼ੂਗਰ ਦੀ ਬਿਮਾਰੀ, ਆਸਮਾ, ਕੈਂਸਰ, ਸੋ ਦੀ ਬਿਮਾਰੀ ਜਾਂ ਕਰੋਨਾ ਦੀ ਬਿਮਾਰੀ ਦੇ ਨਾਲ ਪੀੜਤ ਹਨ। ਪ੍ਰਭੂ ਯਿਸੂ ਨਾਲ ਅਸੀਂ ਉਹਨਾਂ ਦੀ ਦੁਆਵਾਂ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਨੂੰ ਤੰਦਰੁਸਤੀ, ਚੰਗਾਈ ਦਿਓ ਪ੍ਰਭੂ ਯਿਸੂ ਜੀ। ਅਸੀਂ ਆਪਣੇ ਭਰਾ ਪਾਸਟਰ ਲਈ ਦੁਆ ਕਰਦੇ ਹਾਂ, ਜੋ ਵੀ ਪ੍ਰਭੂ ਯਿਸੂ ਜੀ ਉਹਦੇ ਸਰੀਰ 'ਚ ਦੁੱਖ ਦੀ ਬਿਮਾਰੀ ਹੈ ਪ੍ਰਭੂ ਯਿਸੂ ਜੀ, ਪਲੀਜ਼ ਯਿਸੂ ਉਸ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ। ਪ੍ਰਭੂ ਯਿਸੂ ਨਾਲ ਅਸੀਂ ਉਹਨੂੰ ਤੰਦਰੁਸਤੀ, ਚੰਗਾਈ ਦਿਓ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਤੇਰਾ ਨਾਮ ਪਵਿੱਤਰ ਤੇ ਸ਼ੁੱਧ ਹੈ। ਅਸੀਂ ਦੁਆ ਕਰਦੇ ਨਰਸਾਂ ਲਈ, ਡਾਕਟਰਾਂ ਲਈ, ਹੌਸਪੀਟਲ 'ਚ ਕੰਮ ਕਰਨ ਭੈਣ ਭਰਾ ਯਿਸੂ ਜੀ ਨਾਲ ਅਸੀਂ ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਉਹਨਾਂ ਨੂੰ ਖਾਣ ਨੂੰ ਭੋਜਨ ਦਿੰਦੇ ਯਿਸੂ ਜੀ। ਪਲੀਜ਼ ਯਿਸੂ ਨਾਲ ਅਸੀਂ ਪਿਤਰ ਆਤਮਾ ਅਗਵਾਈ ਕਰੋ। ਇਹ ਜੋ ਗੰਭੀਰ ਬਿਮਾਰੀਆਂ, ਇਹ ਸਭ ਬਿਮਾਰੀਆਂ ਤੋਂ ਬਚਾ ਕੇ ਰੱਖੋ ਯਿਸੂ ਜੀ। ਥੈਂਕ ਯੂ ਜੀ, ਹਾਲੇਲੂਇਆ। ਅਸੀਂ ਗਰੀਬ ਲੋਕਾਂ ਨੂੰ ਭੈਣ ਭਰਾ ਦੀ ਦੁਆ ਕਰਦੇ ਯਿਸੂ ਜੀ ਨਾਲ ਅਸੀਂ ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰੋ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਸਭ ਲਈ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਹੋ ਯਿਸੂ ਜੀ। ਉਹਨਾਂ ਘਰ ਵਿੱਚ ਸ਼ਾਂਤੀ ਰਹੋ, ਉਹਨਾਂ ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਯਿਸੂ ਜੀ। ਥੈਂਕ ਯੂ ਜੀ, ਹਾਲੇਲੂਇਆ। ਵਿਧਵਾ ਭੈਣਾਂ ਦੀ ਦੁਆ ਕਰਦੇ ਹਾਂ, ਯਤੀਮ ਬੱਚਿਆਂ ਲਈ ਦੁਆ ਕਰਦੇ ਯਿਸੂ ਨਾਲ ਅਸੀਂ ਉਹਨਾਂ ਦੇ ਸਾਥ, ਉਹਨਾਂ ਦੀ ਮਦਦ ਕਰਾਉਣੀ, ਹਰ ਜ਼ਰੂਰਤ ਲੋੜਾਂ ਨੂੰ ਪੂਰਾ ਕਰਨਾ, ਹਰ ਬਿਮਾਰੀ ਤੋਂ ਬਚਾ ਰੱਖਣਾ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਯਿਸੂ ਅਸੀਂ ਦੁਆ ਕਰਦੇ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਔਲਾਦ ਦੀਆਂ, ਪਲੀਜ਼ ਯਿਸੂ ਨਾਲ ਅਸੀਂ ਉਹ ਭੈਣਾਂ ਆਪਦੇ ਅੱਗੇ ਦੁਆਵਾਂ ਕਰਦੀਆਂ, ਬੇਨਤੀਆਂ ਕਰਦੇ ਯਿਸੂ ਨਾਲ ਅਸੀਂ ਉਹਨਾਂ ਦਾ ਨਾਮ ਤੁਸੀਂ ਜਾਣਦੇ ਹੋ। ਪਲੀਜ਼ ਯਿਸੂ ਨਾਲ ਅਸੀਂ ਉਹਨਾਂ ਭੈਣਾਂ ਨੂੰ ਬੱਚਿਆਂ ਦਾ ਵਰਦਾਨ ਦਿਓ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਯਿਸੂ ਨਾਲ ਅਸੀਂ ਤੇਰਾ ਨਾਮ ਪਵਿੱਤਰ ਤੇ ਸ਼ੁੱਧ ਹੈ ਯਿਸੂ ਜੀ। ਅਸੀਂ ਦੁਆ ਕਰਦੇ ਹਾਂ ਸਾਡੇ ਭੈਣ ਭਰਾ ਪ੍ਰਚਾਰ ਕਰਦੇ, ਬਿਸ਼ਪ ਲੋਕ, ਫਾਦਰ ਲੋਕ, ਸਿਸਟਰ, ਪਾਸਟਰ ਲੋਕ, ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਬੁਲਾਉਂਦੇ, ਫਲਾਉਂਦੇ ਹਨ, ਆਦਾ ਵਚਨ ਸ਼ੇਅਰ ਕਰਦੇ ਹਨ। ਯਿਸੂ ਨਾਲ ਅਸੀਂ ਬੋਲਣ ਸਮੇਂ ਪਿਤਰ ਆਤਮਾ ਨੂੰ ਅਗਵਾਈ ਕਰਨ ਯਿਸੂ ਜੀ। ਥੈਂਕ ਯੂ ਜੀਸਸ। ਹਰ
सारे बीमारी तो बचा के रखना, हर शैतानी ताकतों तो बचा के रखना यीशु नासी। और मेरे समय पवित्र आत्मा है उन्होंने गवाही करनी यीशु जी, जिन्हें भैन भरावां ते आपके नाम दिखाते आपके वचन सुनते समय जुल्म होंगे अत्याचार होंगे यीशु, उन्हें सब दुआ करते हैं बेनती करते हैं उन्होंने रहम करना दया करनी विश्वास पक्के रखना यीशु नासी। थैंक यू पर जी, थैंक यू जीसस हालेलुया हाले यीशु नासी। दुआ करते हैं अब यीशु नासी जो स्कूल के छोटे बच्चे आ उन्हें स्कूल के टीचर ने दुआ करते हैं ये जो गंभीर बीमारियां संसार च फैलियां इन्हें बीमारियां तो बच्चों बचा के रखो यीशु जी। थैंक यू पर जी, थैंक यू जीसस। जे साडे नौजवान बच्चे ड्रग करते हैं नशा करते हैं यीशु जी प्लीज ये बुरियां आदतां तो बचा के रखो अब यीशु नासी। तेरा नाम पवित्र शुद्ध है उन्होंने नाम तुसी जानते हो यीशु जी, जो भी नशा करते हैं ड्रग करते हैं प्लीज यीशु नासी उन्हें बुरियां आदतां तो बचा के रखो, चंगे चंगे सो विचार दो, चंगी कंपनी दो आपके पितर कार्य च उन्होंने लैके आओ यीशु जी। थैंक यू पर जी, थैंक यू जीसस हालेलुया हाले यीशु नासी। दुआ करते हैं साडे इंडिया भैन भरावां भी यीशु यहाँ सी उत्थे सारे पर यीशु भारत विच इंडिया विच शांति पैदा करो यीशु नासी। जो भी किसानां दे मजदूरां दे गवर्नमेंट दे विचकार जो भी गलबात चल रही है यीशु नासी प्लीज यीशु नासी इस वक्त उत्थे शांति ने पर यीशु नासी प्लीज यीशु उस मुल्क दे विच शांति दो पर यीशु नासी। थैंक यू पर जी, थैंक यू जीसस हालेलुया हाले यीशु नासी। तेरा नाम पवित्र शुद्ध है, तेरे नाम की महिमा तेरे नाम की वडियाई करदे हां कि तुसीं शांति दे राजकुमार हो यीशु जी। थैंक यू पर जी, थैंक यू जीसस। प्रभुआं च प्रभु राजां च राज हो यीशु नासी। थैंक यू पर जी, थैंक यू जीसस हालेलुया। जिन्हें साडे भैन भरा अदर के दुआवां करदे हैं बेनतियां करो यीशु नासी अब यीशु यकीन करते विश्वास करते हैं तुम स्वर्ग च आदे पिता सज्जे पासे बैठे हो सब की दुआ सुनते हो साड़ी दुआ सुनना कबूल करना आदे पिता ते शुद्ध नाम ते विश्वास करके मंगते हैं आमीन हालेलुया। थैंक यू जीसस, थैंक यू जीसस, थैंक यू जीसस। धन्यवाद प्रभु यीशु, धन्यवाद धन्यवाद प्रभु यीशु, धन्यवाद धन्यवाद प्रभु यीशु। थैंक यू जीसस, थैंक यू जीसस, थैंक यू जीसस। प्रभु यीशु मसीह सिखाई प्रार्थना ऐ साडे बाप जो तू मानते हैं तेरा नाम पाक बन जावे तेरा जावे तेरी मर्जी जी आसमान ते पूरी होंदी है जमीन ते पूरी होवे। साडे रोज़ रोटी सानू अज दे, साडे कसूर सानू माफ़ कर जिस तरह असीं अपने कसूर माफ़ करते हैं। सानू इस मैसे च ना पा सगों बुराई तो बचा क्योंकि बादशाह कुदरत राज सदा ते हमेशा आते हैं आमीन। थैंक यू जीसस। माँ मरियम, संत रीमा ट्रीजा, संत जोसेफ, संत माइकल, संत जबराइल, संत फायर सारे संत ते फरिश्तियां नूं असीं सिफारिश करते हैं। प्रभु पिता परमेश्वर प्रभु यीशु दे अगे दुआ करो प्रार्थना करो जिन्हें भी साडे भैन भरा बीमार हैं उन्हें सब लिए दुआ करो प्रार्थना करो कि प्रभु यीशु उन्हें सब नूं तंदुरुस्ती चंगाई देवे आमीन हालेलुया। थैंक यू प्रभु जी, थैंक यू जीसस। सलाम है मरियम फजना पर खुदावंद तेरे नाल है तू औरतां विचों तहना नाल तहना तेरे पेट दा फल यीशु। ऐ हज़रत मरियम खुदा दी मां असां गुनाहगारां दी दुआ कर हुण ते साडी मौत दे वेले आमीन। बाप बेटा तरूपा दी उड़ाई होवे नेड़े मुढों संत हमेशा होवेगी आमीन। ऐ मेरे नेत मेरा यीशु साडे गुनाह सानू माफ़ कर नगदी अग तो सानू बचा सब रूहां नूं स्वर्ग खिच लै खास करके उन्होंने तेरे रहमत दे बहुत लोड़वंद हन आमीन हालेलुया। थैंक यू जीसस। प्रभु यीशु मसीह कृपा दया ते शांति परमेश्वर दा प्यार पवित्र आत्मा दी संगत साडे सब भैन भरावां दे नाल होवे आमीन। गॉड ब्लेस यू। बाप बेटा तरूपा नाम ते आमीन।